ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਹੈਲਥ ਪਲੱਸ ਪ੍ਰੋਗਰਾਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਇੱਕ ਸੈਮੀਨਾਰ ਵਿੱਚ ਜੋ ਕਿ ਪਾਰਕ ਪਲਾਜ਼ਾ ਵਿਖੇ ਕਰਵਾਇਆ ਗਿਆ ਔਰ ਇਹ ਸੈਮੀਨਾਰ ਹੁੰਜਨ ਹਸਪੀਟਲ ਲੁਧਿਆਣਾ ਵੱਲੋਂ ਕਰਵਾਇਆ ਗਿਆ ਜਿਨ੍ਹਾਂ ਵੱਲੋਂ ਨਾਰਥ ਇੰਡੀਆ ਦਾ ਸਭ ਤੋਂ ਪਹਿਲੀ ਵਾਰ ਮੈਕੋ ਰੋਬੋਟਿਕ ਆਰਮ ਅਸਿਸਟਡ ਸਰਜਰੀ ਸਿਸਟਮ ਫॉर ਨੀ ਰਿਪਲੇਸਮੈਂਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਉਹਨਾਂ ਨੇ ਪਾਰਕ ਪਲਾਜ਼ਾ ਵਿਖੇ ਇੱਕ ਸੈਮੀਨਾਰ ਕਰਵਾਇਆ ਜਿਸ ਵਿੱਚ ਸ਼੍ਰੀ ਭਾਰਤ ਭੂਸ਼ਣ ਆਸ਼ੂ ਜੀ ਕੈਬਨਿਟ ਮੰਤਰੀ ਪੰਜਾਬ ਵੱਲੋਂ ਸ਼ਿਰਕਤ ਕੀਤੀ ਗਈ। ਹੁੰਜਨ ਹਸਪੀਟਲ ਸਾਊਥ ਮਾਡਲ ਗ੍ਰਾਮ ਕੋਚਰ ਮਾਰਕੀਟ ਰੋਡ ਲੁਧਿਆਣਾ ਵਿਖੇ ਹੈ। ਇਸ ਹਸਪਤਾਲ ਦੀ ਸ਼ੁਰੂਆਤ ਡਾਕਟਰ ਬਲਵੰਤ ਸਿੰਘ ਹੁੰਜਨ ਵੱਲੋਂ ਕੀਤੀ ਗਈ। ਉਹਨਾਂ ਨੇ ਸਨ 1992 ਵਿੱਚ ਇਸ ਹਸਪਤਾਲ ਦੀ ਸ਼ੁਰੂਆਤ ਕੀਤੀ। ਆਪਣੀ ਮਿਹਨਤ ਸਦਕਾ ਅੱਜ ਉਹ ਇਸ ਹਸਪਤਾਲ ਨੂੰ ਇਸ ਮੁਕਾਮ ਤੇ ਲੈ ਆਏ ਨੇ। ਅੱਜ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਡਾਕਟਰ ਜੈਵੀਰ ਸਿੰਘ ਵੀ ਪੂਰਾ ਸਾਥ ਦੇ ਰਹੇ ਨੇ। ਇਸ ਮੌਕੇ ਸਾਡੀ ਟੀਮ ਨੇ ਡਾਕਟਰ ਬਲਵੰਤ ਸਿੰਘ ਹੁੰਜਨ ਨਾਲ ਗੱਲਬਾਤ ਕੀਤੀ। ਇਸ ਮੌਕੇ ਸਾਡੀ ਟੀਮ ਨੇ ਡਾਕਟਰ ਜੈਵੀਰ ਸਿੰਘ ਹੁੰਜਨ ਨਾਲ ਗੱਲਬਾਤ ਕੀਤੀ। ਇਸ ਸੈਮੀਨਾਰ ਵਿੱਚ ਹੁੰਜਨ ਪਰਿਵਾਰ ਦੇ ਹੋਰ ਜੀਵ ਵੀ ਸ਼ਾਮਿਲ ਸਨ ਜਿਨ੍ਹਾਂ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ। मंत्री साहब, आशु जी, लुधियाना निवासियों, डॉक्टर बलवंत सिंह ने ये रोबोटिक सर्जरी के नवे उपाले का इतने लुधियाना ही नहीं बल्कि इस एरिए के नॉर्थ इंडिया के पहला उपाला लेके आता है। मैं इन्हों बहुत इन्होंने मुबारकबाद देना कि इन्ना मतलब वधिया सिस्टम इतने लेके आए हैं। बलवंत सिंह मैं बहुत पुराना जानता, तकरीबन 40 साल तक हो गए, मेरे ख्याल है ज़्यादा ही हो गए, 45 हो गए उन्हें। दर्जा पटियाले स्टूडेंट सीगा, डाउन टू अर्थ है, पेंडू इन्वायरमेंट में आए हुए और हमेशा हंसता रहता है। और यदि जिन्नी रेपुटेशन मैं सुनता रहता है जगह भी पेशेंट बिल्कुल यदि ऑपरेट किए हुए पेशेंट भी आते हैं, कोई किसी पेशेंट ने अब तक मैं नहीं देखा कि ये बारे किसी ने कोई गलत शब्द इस्तेमाल किया हो। बहुत ही मुबारकबाद डॉक्टर साहब, डॉक्टर हुंजन, बैठे रिस्पेक्टेड ऑडियंस। सब तो पहला तो जो मैंने इनवाइट करना आए डॉक्टर साहब तो इन्होंने इसके बारे थोड़ा बहुत जिक्र किया तो मैंने आप मेरे महल्ले में एक मान महसूस होया कि साडे मॉडल ग्राम दे विच उन्हों मॉडल ग्राम नूं एक नाम देने वास्ते अज तो 20-25 साल पहले एक शख्सियत आई कि उन्हें कितने जिदा आप तरक्की की उवें साडे मोहल्ले की साडी कॉलोनी की तरक्की होगी और
ਖਾਸ ਤੌਰ ਤੇ ਮੇਰੀ ਤਰੱਕੀ ਹੋਵੇ। ਮੈਂ ਇਸ ਕਰਕੇ ਜੁੜਿਆ ਹੋਇਆ ਇਹਨਾਂ ਨੂੰ ਮੈਂ ਯਾਦ ਕਰਵਾਇਆ ਕਿ 2012 ਚ ਸਾਡੇ ਕਾਉਂਸਲਰ ਦੇ ਇਲੈਕਸ਼ਨ ਸੀਗੇ ਤਾਂ ਆਪੋਜੀਸ਼ਨ ਪਾਰਟੀਆਂ ਨਾਲ ਥੋੜਾ ਝਗੜਾ, ਉਦੋਂ ਦਾ ਮਾਹੌਲ ਇਸ ਤਰੀਕੇ ਦਾ ਸੀ ਕਿ ਮੇਰਾ ਮੋਢਾ ਟੁੱਟਿਆ ਸੀ। ਮੈਨੂੰ ਇੱਕੋਦਮ ਪੋਲਿੰਗ ਬੂਥ ਤੋਂ ਇਹਨਾਂ ਦੇ ਕੋਲ ਲਿਜਾਇਆ ਗਿਆ। ਇਹ ਥੋੜੇ ਰਿਲੈਕਟੈਂਟ ਸੀਗੇ ਕਿ ਮੈਂ ਐਨਸਥੀਸੀਆ ਦਿੱਤੇ ਬਗੈਰ ਇਹਨੂੰ ਚੜਾਉਣਾ ਨਹੀਂ, ਤੇ ਮੈਂ ਕਹਿੰਦਾ ਸੀ ਅਸੀਂ ਇਲੈਕਸ਼ਨ ਹਾਰ ਜਾਵਾਂਗੇ, ਤੁਸੀਂ ਫਟਾਫਟ ਕਰੋ। ਮੇਰੇ ਦੋ ਦੋਸਤ ਆਏ ਤਾਂ ਇਹਨਾਂ ਨੇ ਬਗੈਰ ਐਨਸਥੀਸੀਆ ਤੋਂ ਦਰਦ ਤਾਂ ਹੋਈ ਚੜਾ ਦਿੱਤਾ। ਫਿਰ ਟੈਂਪਰੇਰੀ ਬਣ ਕੇ ਮੈਨੂੰ ਭੇਜਿਆ ਉੱਥੇ ਬੂਥਾ ਤੇ। ਮੈਂ ਇਲੈਕਸ਼ਨ ਜਿੱਤਿਆ, ਮੇਰੀ ਮਿਸਿਸ ਜਿੱਤੀ, ਤੇ ਅੱਜ ਤੁਹਾਡੇ ਸਾਹਮਣੇ ਜਿਸ ਤਰੀਕੇ ਹੁੰਜਣ ਹਸਪੀਟਲ ਨਾਮ ਬਣ ਕੇ ਖੜਾ, ਤੇ ਮੈਨੂੰ ਵੀ ਉਹ ਥੋੜਾ ਮਾਣ ਮਿਲਿਆ ਤੇ ਇਹਨਾਂ ਦੀ ਕਿਰਪਾ ਹੈ। ਉਸ ਦਿਨ ਅਗਰ ਇਹ ਮੇਰੀ ਮਦਦ ਨਾ ਕਰਦੇ ਤਾਂ ਖਬਰੇ ਮੈਂ ਵੀ ਕਿਤੇ ਐਮਐਲਏ ਜਾਂ ਮਿਨਿਸਟਰ ਨਾ ਬਣਿਆ ਹੁੰਦਾ। ਇਸ ਕਰਕੇ ਇਹਨਾਂ ਦੇ ਨਾਲ ਨਾਲ ਮੇਰੀ ਵੀ ਉਹੀ ਤਰੱਕੀ ਹੋਈ ਹੈ ਇਹਨਾਂ ਦੇ ਕਰਕੇ। Thank you for giving so much respect to me. Thank you. ਸਭ ਤੋਂ ਬੜੀ ਗੱਲ, ਜਦੋਂ ਇਹ ਮਦਦਗਾਰ ਹੁੰਦੇ ਅਸੀਂ ਉੱਥੇ ਹੀ ਬੈਠੇ, ਮੈਂ ਹੋਵਾਂ ਨਾ ਹੋਵਾਂ, ਮੇਰੀ ਮਿਸਿਸ ਹੋਵੇ, ਕੋਈ ਗਰੀਬ ਵੀ ਜਾਂਦਾ ਜੇ ਅਗਰ ਇਹਨਾਂ ਨੂੰ ਕੁਝ ਕਹਿੰਦੇ ਆ ਵੀ ਡਾਕਟਰ ਸਾਹਿਬ ਇਹਦੀ ਮਦਦ ਕਰਨੀ ਹੈ, ਤਾਂ ਇਹਨਾਂ ਨੇ ਕਦੀ ਕੋਈ ਲਾਲਚ ਨਹੀਂ ਰੱਖਿਆ। ਅੱਗੇ ਹੋ ਕੇ ਸੇਵਾ ਭਾਵ ਨਾਲ ਹਮੇਸ਼ਾ ਮਰੀਜ਼ ਦੀ, ਪੇਸ਼ੈਂਟ ਦੀ, ਜਾਂ ਕੋਈ ਕਿਸੇ ਵੀ ਬੰਦੇ ਨਾਲ ਕੋਈ ਐਕਸੀਡੈਂਟ ਵਗੈਰਾ ਹੋਇਆ ਹੁੰਦਾ ਹੈ, ਉਹਦੀ ਵੱਧ ਕੇ ਮਦਦ ਕਰਦੇ। तो मैं अपने वालों सारी इंसानियत वालों जिथे इन्हां दा शुक्रगुजार हाँ। परमात्मा नूं दुआ करदा भी इसे तरीके अगे ये सोसाइटी दी, इंसानियत दी सेवा करते रहन। परमात्मा इसे तरीके इन्हां ते आशीर्वाद अपना बना के रखे ते नवी नवी टेक्नोलॉजी लिया के साडी कॉलोनी दी और खास तौर पे लुधियाने दी इसे तरीके सेवा करते रहन। मैं इस नवी ਜਿਹੜੀ ਟੈਕਨੀਕ ਇਹਨਾਂ ਨੇ ਲਿਆਉਂਦੀ ਹੈ ਲੁਧਿਆਣੇ, ਉਹਦੇ ਵਾਸਤੇ ਇਹਨਾਂ ਨੂੰ ਮੁਬਾਰਕਬਾਦ ਦੇਣਾ ਤੇ ਉਮੀਦ ਕਰਦਾ ਇਹਦਾ ਸਾਰੀ सोसाइटी ਨੂੰ ਫਾਇਦਾ ਮਿਲੇਗਾ। बहुत बहुत धन्यवाद। सत श्री अकाल, मैं हूँ मीनाक्षी ऑन बिहाफ ऑफ स्ट्राइकर कंपनी। जो मेरे को जो प्रोडक्ट है वो हमारी कंपनी की तरफ से है। और आज जो सब पहले मैं स्टार्ट करना चाहती हूँ, बहुत बहुत बधाई डॉक्टर हुंजन और डॉक्टर जयवीर को, जो इन्होंने ऐसी जो ये सिर्फ मशीन नहीं है, ये तो लाइफ चेंजिंग एक्सपीरियंस है जो आपने लुधियाना के लिए, सबके लोगों के लिए और पंजाब के लिए लाया। सो बहुत बहुत कंग्रेचुलेशंस और बधाई, और हमें बहुत गर्व है कि आपके साथ इकट्ठे हम कुछ कर पाएंगे। दूसरा, मैं एक्चुअली पहले तालियां बजाने के लिए दूसरा मैं ये कहना चाहती हूँ कि मैं अभी पूरी इनकी कहानी सुन रही थी, कैसे इन्होंने 41 ईयर्स में मैंने कितनी सारी 7,000 सर्जरीज करके जो हॉस्पिटल बनाया है। और हमारी कंपनी की मतलब यही मिशन है कि सिर्फ हम, ऑफ कोर्स एक तो है कि हम नई टेक्नोलॉजी लाना चाहते हैं, बट टेक्नोलॉजी सही हाथ में बहुत इम्पोर्टेंट है, ताकि जो लोग टेक्नोलॉजी की कदर करें और जो लोग टेक्नोलॉजी से पेशेंट्स का फ़ायदा करें। तो आपकी पूरी कहानी सुन के डॉक्टर हुंजन, मुझे बहुत बहुत हम्बल फील हुआ। मुझे सही वर्ड नहीं पता, बट बहुत हम्बल फील हुआ कि आपके हाथ में ये टेक्नोलॉजी रहेगी और आप बहुत कुछ कर सकते हैं। तो मैं कुछ ज़्यादा समय नहीं लेना चाहती, थोड़ा बहुत मैं बताना चाहती हूँ इस टेक्नोलॉजी के बारे में। डॉक्टर हुंजन ने बड़ी अच्छी से बताया आपको कि कैसे ये सर्जरी में यूज़ होता है, और मैं सोची कि थोड़ा मैं आपको बता दूँ कि ये टेक्नोलॉजी जो है, जो आज भारत में है और उत्तर भारत में सबसे पहली आज की इंस्टॉलेशन है यहाँ पर लुधियाना में, बट क्या हमारा एक्सपीरियंस है पूरे विश्व स्तर पर इस रोबोट के साथ। तो मैं कुछ थोड़ी चीज़ बताना चाहूँगी आपको। तो पहले तो स्टार्ट करें कि हमारी ये मेको की जर्नी, जो टेक्नोलॉजी है मेको, तो 2020 के पहले हमारे सिर्फ एक ही मेको इंस्टॉलेशन था केरला में, और फिर 2020 में हमने 2 इंस्टॉलेशन की, एक हैदराबाद में और एक पटना में। फिर अभी रिसेंटली फरवरी के शुरुआत में बम्बई में, और आज बस ये आया है पूरा उत्तर भारत में। जैसे मैंने कहा, पहला इंस्टॉलेशन है, और ख़ास करके लुधियाना में। तो ਤੁਹਾਨੂੰ ਫਿਰ ਇਹਦਾ ਪੋਜ਼ਿਟਿਵਿਟੀ ਆ ਗਿਆ, ਅੱਜ ਕਿਵੇਂ ਤੁਹਾਡਾ ਮਾਈਂਡ ਹੈ? ਹਾਂ, ਜਿਸ ਤੇ ਚੈੱਕਅਪ ਕਰਵਾਉਣ ਆਏ ਸੀ ਵੀ ਉਦੋਂ ਸਾਨੂੰ ਵਧੀਆ ਲੱਗਿਆ ਸੀ ਕਿ ਇੱਕ ਤਾਂ ਕਰਵਾ ਲੈਂਦੇ ਆ। ਤੇ ਜਦੋਂ ਇਹਨਾਂ ਨੇ ਸਾਨੂੰ ਦੱਸਿਆ, ਡਾਕਟਰ ਬਾਰੇ ਦੱਸਿਆ ਸਾਨੂੰ ਵੀ ਇਦਾਂ ਕਰਨਾ, ਤੇ ਫਿਰ ਸਾਡਾ ਮਨ ਬਣ ਗਿਆ ਵੀ ਦੋਨਾਂ ਦਾ ਹੀ ਕਰਵਾ ਲੈਂਦੇ ਆ।
ਹੈ ਨਾ। ਔਰ ਅੱਜ ਤੁਸੀਂ ਪੂਰੇ ਸੈਟੀਸਫਾਈ ਹੋ? ਪੂਰੇ ਸੈਟੀਸਫਾਈ ਹਾਂ ਹਾਂਜੀ। ਅਸੀਂ ਤਾਂ ਇਹੀ ਹਰ ਇੱਕ ਨੂੰ ਕਹਾਂਗੇ ਵੀ ਇਸ ਹਸਪੀਟਲ ਵਿੱਚ ਹੀ ਕਰਾਇਆ ਜਾਵੇ, ਜ਼ਿਆਦਾ ਬੈਟਰ ਹੈ। ਮੈਂ ਦੱਸ ਸਕਦਾ ਪੁਰਾਣਾ 45 ਸਾਲ ਦਾ ਐਕਸਪੀਰੀਅੰਸ ਦੇ ਨਾਲ ਬਿਲਕੁਲ ਹਾਂਜੀ। ਹੋਰ ਪਾਸੇ ਮੇਰੇ ਕੋਲ ਯਕੀਨ ਹੀ ਨਹੀਂ ਰਿਹਾ। ਐਂਟੀਕ੍ਰਿਸ਼ਨ 2009 ਤੋਂ ਕਾਫੀ ਦਿੱਤੀ ਪਰ ਮੇਰੇ ਕਾਰਨ ਮੈਂ ਕਰਾ ਨਹੀਂ ਸੀ ਸਕਿਆ ਅਤੇ ਹੁਣ ਡਾਕਟਰ ਸਾਹਿਬ ਨਾਲ ਜਦੋਂ ਕੰਸਲਟ ਕੀਤਾ ਇਹਨਾਂ ਨੇ ਪਹਿਲਾਂ ਮੈਨੂੰ ਟ੍ਰੀਟ ਦਿੱਤੀ ਸੀ ਅਤੇ ਮੈਂ ਫਿਰ ਐਡਮਿਟ ਕਰਕੇ ਕਰਾਉਣਾ ਪਰ ਮੈਨੂੰ ਰਿਪੋਰਟ ਬਾਰੇ ਨਹੀਂ ਸੀ ਪਤਾ ਵੀ ਮੈਂ ਰਿਪੋਰਟ ਨਾਲ ਹੀ ਹੋਣਾ ਚਾਹੁੰਦਾ। ਰਿਪੋਰਟ ਤੋਂ ਫਿਰ ਮੇਰਾ ਮਨ ਪਹਿਲਾਂ ਚੱਲਦਾ ਵੀ ਸੀ ਵੀ ਜਦੋਂ ਮਸ਼ੀਨਰੀ ਨਾਲ ਪਤਾ ਨਹੀਂ ਕੀ ਮੇਰਾ ਪਹਿਲਾ ਹੀ ਨੰਬਰ ਸੀਗਾ, ਹਲ ਜਲਦੀ ਨਾ ਹੋ ਜੇ, ਪਹਿਲਾ ਹੀ ਨੰਬਰ ਸੀਗਾ ਮੇਰਾ, ਇਸ ਕਰਕੇ ਮਨ 'ਚ ਥੋੜ੍ਹਾ ਜਿਹਾ ਡਰ ਸੀਗਾ ਜ਼ਰੂਰ, ਪਰ ਬਾਅਦ 'ਚ ਰਿਜ਼ਲਟ ਬਹੁਤ ਵਧੀਆ ਆਇਆ। ਹੁਣ ਤੁਸੀਂ ਈਜ਼ੀ ਮਹਿਸੂਸ ਕਰ ਰਹੇ ਹੋ? ਪੂਰਾ ਮੇਰੇ ਕੋਈ ਨੋ ਕੀ ਕਹਿਣਾ ਚਾਹੋਗੇ ਕਿ ਲੋਕ ਐਵੇਂ ਘਸੜ ਕੇ ਜ਼ਿੰਦਗੀ ਗੁਜ਼ਾਰੀ ਜਾਂਦੇ ਆ ਉਹ ਨਹੀਂ ਵੀ ਅੱਜ ਜਿਹੜੀਆਂ ਟੈਕਨੀਕਾਂ ਨਵੀਆਂ ਉਹਦੇ ਨਾਲ ਤਾਂ ਪੂਰੀ ਲਾਈਫ ਵਧੀਆ ਬਣ ਗਈ। ਔਰ ਐਜ਼ ਫਾਰ ਐਜ਼ ਪੇਨ ਇਜ਼ ਕੰਸਰਨ ਜੋ ਤੁਸੀਂ ਕਰਵਾ ਰਹੇ ਸੀਗੇ ਉਦੋਂ ਵੀ ਤੁਹਾਨੂੰ ਉਹ ਬੇਹੋਸ਼ੀ ਦਿੱਤੀ ਹੋਊਗੀ ਤੇ ਤਾਂ ਟੀਚਰ ਦਿੱਤਾ ਸੀਗਾ, ਕੋਈ ਮਤਲਬ ਪ੍ਰੋਬਲਮ ਕੋਈ ਨਹੀਂ ਹੈਗੀ, ਮਤਲਬ ਬਿਲਕੁਲ ਈਜ਼ੀ ਹਾਂ। ਤੇ ਅਸੀਂ ਤਾਂ ਐਡਵਾਈਜ਼ ਨਹੀਂ ਕਰਾਂਗੇ ਵੀ ਇਹਨਾਂ ਤੋਂ ਬਾਕੀ ਜਨਰਲ ਡਾਕਟਰ ਨੇ ਜੀ ਪਹਿਲਾਂ ਵੀ ਅਸੀਂ ਫੈਮਿਲੀ ਪੇਸ਼ ਕਰਾਇਆ ਸੀਗਾ ਇੱਕ ਪੂਰੇ ਵਧੀਆ ਡਾਕਟਰ। यूनियन हॉस्पिटल जिस तरह ਤੁਸੀਂ ਆਪਣੀ ਸਰਜਰੀ ਕਰਾਈ ਔਰ ਰੋਬੋਟਿਕ ਤਰੀਕੇ ਦੇ ਨਾਲ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਤੋਂ ਤੁਹਾਡਾ ਕਿੱਦਾਂ ਇਹਨਾਂ ਨਾਲ ਅਟੈਚਮੈਂਟ ਸੀਗੀ ਔਰ ਉਹ ਅਟੈਚਮੈਂਟ ਡਾਕਟਰ ਸਾਹਿਬ ਦਾ ਪੁਰਾਣਾ ਐਕਸਪੀਰੀਅੰਸ ਔਰ ਤੁਹਾਡਾ ਜਿਹੜਾ ਹੈਗਾ ਨਾਲ ਜੋ ਜਿਸ ਤਰੀਕੇ ਦੇ ਨਾਲ ਨया ਬੱਚਾ ਜਿਹੜਾ ਹੈਗਾ ਉਹਨੇ ਨਈ ਰੋਬੋਟਿਕ ਦੇ ਨਾਲ ਅਟੈਚ ਕਰਕੇ ਜਿਹੜੀ ਹੈ ਕੀਤੀ ਸਰਜਰੀ, ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਸਾਨੂੰ ਇਹ ਬਹੁਤ ਵਧੀਆ ਲੱਗੀ ਰਿਪੋਰਟ ਨੇ ਜੀ ਸਰਜਰੀ ਹੋਈ ਆ। ਪਹਿਲਾਂ ਮੈਂ 7-8 ਸਾਲ ਲਗਾ ਕੇ ਵੀ ਆਪਰੇਸ਼ਨ ਕਰਾਉਣਾ ਹੀ ਨਹੀਂ, ਮੈਨੂੰ ਡਰ ਲੱਗਦਾ ਸੀਗਾ। ਉਹ ਤੋਂ ਬਾਅਦ ਜਿਹੜੀ ਰਿਮੋਟ ਨਾਲ ਸਾਨੂੰ ਉਸ ਨਾਲ ਕੋਈ ਪਤਾ ਹੀ ਨਹੀਂ, ਉਹ ਪ੍ਰੋਬਲਮ ਨਹੀਂ ਜਮੀ ਆਈ। ਬਾਕੀ ਛੇਤੀ ਵੀ ਹੋ ਗਿਆ, ਮੈਂ ਤਾਂ ਇਹ ਕਹੂੰਗਾ। ਪਰ ਤੁਹਾਡੇ ਮਾਈਂਡ 'ਚ ਪਹਿਲਾਂ ਇਹ ਸੀਗਾ ਕਿ 45 ਸਾਲ ਦਾ ਐਕਸਪੀਰੀਅੰਸ ਵਾਲਾ ਡਾਕਟਰ ਹੁੰਜਨ ਔਰ ਉਹਦਾ ਬੇਟਾ ਜਿਹੜਾ ਨया ਮਸ਼ੀਨਰੀ ਦਾ ਲੈ ਕੇ ਆਇਆ, ਇਹ ਕੰਬੀਨੇਸ਼ਨ ਜਿਹਦੇ ਲਈ ਕੀ ਕਹਿਣਾ ਚਾਹੋਗੇ ਤੁਹਾਨੂੰ? ਮਤਲਬ ਮਸ਼ੀਨਾਂ ਦੇ ਅਸੀਂ ਡਾਕਟਰ ਸਾਹਿਬ ਨੂੰ ਕਹਿਤਾ ਸੀ ਵੀ ਸਾਨੂੰ ਜਿੰਨਾ ਚਿਰ ਮਰਜ਼ੀ ਟਿਕਾ ਦਿਓ, ਰਿਮੋਟ ਨਾਲ ਹੀ ਟੈਕਨੀਕ ਨਾਲ ਬਣੀ ਹੋਈ ਔਰ ਜਿਵੇਂ ਤੁਸੀਂ ਸਾਨੂੰ ਡੀਲ ਕੀਤਾ ਪੂਰਾ ਔਰ ਜਿਵੇਂ ਥੋੜੇ ਸਮੇਂ ਦੇ ਵਿੱਚ ਹੀ ਤੁਸੀਂ ਚੱਲਣ ਫਿਰਨ ਦੇ ਕਾਬਿਲ ਵੀ ਹੋ ਗਏ ਸੀ, ਜਿੱਦਾਂ ਇੱਕ ਵਾਰੀ ਚੱਲ ਵੀ ਸਕਦੇ ਹੋ, ਕੀ ਕਹਿਣਾ ਚਾਹੋਗੇ? ਕਦੋਂ ਤੁਸੀਂ ਸਰਜਰੀ ਕਰਾਈ ਸੀ ਔਰ ਕਿਵੇਂ ਤੁਹਾਨੂੰ ਲੱਗਦਾ, ਕੀ ਕਹਿਣਾ ਚਾਹੋਗੇ? ਅੱਜ ਲੋਕ ਘਸੜ ਕੇ ਜਿਉ ਰਹੇ ਜ਼ਿੰਦਗੀ, ਉਹਨਾਂ ਨੂੰ ਇਉਂ ਲੱਗਦਾ ਕਿ ਇੱਕ ਅੱਧਾ ਕੇਸ ਜੇ 100 ਚੋਂ ਖਰਾਬ ਕਿਸੇ ਦਾ ਹੋ ਜਾਂਦਾ ਤਾਂ ਉਹਨਾਂ ਨੂੰ ਇਉਂ ਲੱਗਣ ਲੱਗ ਜਾਂਦਾ ਵੀ ਸ਼ਾਇਦ ਇਹ ਤੁਹਾਡੇ ਬਦਲਾਣੇ ਔਖੇ ਆ। ਕੀ ਕਹਿਣਾ ਚਾਹੋਗੇ ਤੁਸੀਂ? ਮਤਲਬ ਆਪਣੀ ਇੰਨਾ ਕੌਨਫੀਡੈਂਸ ਕੀਤਾ? ਪਹਿਲਾਂ ਹੁੰਦਾ ਜੀ ਆਪਣੇ ਆਪ ਨੂੰ ਜਾਣੀ ਪਹਿਲਾਂ ਕਹਿੰਦੇ ਚੱਲ ਜਾਂਦੀ, ਉਸ ਤੋਂ ਬਾਅਦ ਅਸੀਂ ਵੀ ਡਾਕਟਰ ਦੀ ਸਲਾਹ ਲੈਣ ਆਏ ਸੀ, ਤੇ ਲੁਧਿਆਣੇ ਆਏ ਸੀ ਉਹ ਕੰਮ ਵੀ ਚੱਲ ਹੋ ਕੇ ਜਾਣਾ। ਉਦੋਂ ਫਿਰ ਟੈਸਟ ਕਰ ਲਏ ਇਹਨਾਂ ਨੇ ਸਾਨੂੰ ਕਰਕੇ, ਕਹਿੰਦੇ ਵੀ ਠੀਕ ਹੈ, ਦੂਏ ਗੋਡੇ 'ਚ ਵੀ ਖਰਾਬੀ ਹੈ, ਪ੍ਰੋਬਲਮ ਪਹਿਲਾਂ ਇੱਕ ਸੀ, ਦੂਜਾ ਵੀ ਕਹਿੰਦੇ 2 ਮਹੀਨੇ ਬਾਅਦ ਖਰਾਬ ਹੋ ਜਾਣਾ। ਫਿਰ ਅਸੀਂ ਮਾਈਂਡ ਬਣਾ ਲਿਆ ਵੀ ਚਲ ਦੋਨਾਂ ਦਾ ਹੀ ਕਰ ਦਿਓ। ਡਾਕਟਰ ਸਾਹਿਬ ਲੁਧਿਆਣੇ ਦੇ ਮਸ਼ਹੂਰ ਹੋਮਿਓਪੈਥ ਨੇ, ਇਹਨਾਂ ਨੂੰ ਕੋਈ ਕਹਿ ਨਹੀਂ ਸਕਦਾ ਕਿ ਇਹਨਾਂ ਦੇ ਗੋਡੇ ਮੁਦਰੇ ਹੋਣਗੇ, ਤੇ ਮੈਂ ਗਰਵ ਨਾਲ ਕਹਿ ਸਕਦਾ ਕਿ ਇਹਨਾਂ ਦੇ ਗੋਡਿਆਂ ਦੇ ਉੱਤੇ ਮੇਰੇ ਚਾਕੂ ਚੱਲਿਆ ਹੋਇਆ। प्यार करे आली चलवाए ऐसे आशिक से डरिए। मैं जदों इनविटेशन पढ़ी डॉक्टर हुजन रोबोटिक सर्जरी लेके आ रहे हैं, तो मैंने एक क्वेश्चन है कि इज इट रिक्वायर्ड भी परमात्मा ने ये हथां तक अगे ही इन्नी शफा दी है भाई की कंप्यूटर सर्जरी की लोड़ है, क्योंकि मैं मेरे बड़े एंड ईवन छोटे होंगे जो डॉक्टर साहब का कदे इलाज करने की मौका मिले मैनू तो आई हैड बीन ट्रीटिंग। मेरा एक्सपीरियंस गोडे मैं I'm proud of one thing that I worked in DMC also as head of the homeopathic department. मैं DMC गया, किसी डॉक्टर का नाम नहीं लेना, तो मैंने कहा कि नहीं कल्ले कल्ले एक एक दा करांगे, तो इन्ना खर्चा होगा, खर्चा भी नहीं दसना बहुत ज़्यादा सी, जितना डॉक्टर डॉक्टर मित्तल चले गए। जितों तक सवाल है जो वो वर्ड्स कह रहे भी 10% सॉन्ग, वी आर प्राउड ऑफ इट कि डॉक्टर हुंदे को कह दिया ना यार इन्हों इन्ने छड़ दी, तो गरीब आदमी है वो बैठे एंड वी आर द सॉन्ग के पासे नहीं। कई बार मैं अद्धा अद्धो भी
पेशेंट का छुड़वाया सुनो जी तेरे को इन्हें ले लो हीटी भी लगती तो मेरा मैं 2 साल हो गए गोडे थोड़ी हुए हजे मई 2 होने हैं so life before that and after that I'm very comfortable जब मैं एक गल कर रहा ਸੀ ਜਨਾਬ कि रोबोटिक सर्जरी की आर्टिफिशियल इंटेलिजेंस की लोड़ है तो फिर मैं पढ़ के सोचा कि ठीक है यार मैंने अपना पिछोकड़ याद आया 1990 के ਵਿੱਚ मैं कंप्यूटराइज्ड होम्योपैथिक नॉर्दर्न इंडिया का पहला डॉक्टर सीखा जो शुरू की थी मुझे नहीं ही इज गोइंग इन राइट वेरी गुड मैं मुबारकबाद देना आशू जी चले गए आशू जी का मैं परिवार का मैंबर है सारा परिवार इन्हों का इन्हों के दादे तक मैं इलाज करता रहा उन्होंने बहुत बहुत धन्यवाद I would like to call upon Mr. Gurchan Singh Reddy and say a few words of his surgery. मैंने इन्हों ने भी दोनों गोटे बदलने का यहाँ पाया he has retired as chief engineer in the department of electricity. ਜਦੋਂ ਮੈਂ ਇਲੈਕਸ਼ਨ ਬੋਰਡ ਦੇ ਵਿੱਚ ਐਸਪੀ ਸਿਲੈਕਟ ਹੋਇਆ ਸੀ ਮੇਰੀ ਗੁਜ਼ਾਰਿਸ਼ ਟ੍ਰੇਨਿੰਗ ਸੀ ਤੇ ਮਾਨ ਕੋਲ ਥੋੜੇ ਮੈਂ ਪੜ੍ਹ ਰਿਹਾ ਸੀ 6 ਮਹੀਨੇ ਬਾਅਦ ਮੈਂ ਪ੍ਰੋਗਰਾਮ ਰਹਿਦਾ ਸੀ ਚਲੋ ਵੈਸੇ ਬਹੁਤ ਮੇਰੇ ਇਸ ਤਰ੍ਹਾਂ 2019 ਦੇ ਵਿੱਚ ਮਾਰੇ ਕਿ ਸਾਡੇ ਘਰ ਮਾਰੇ ਪ੍ਰਕਾਸ਼ ਮੈਨੂੰ ਕਾਸ ਕਰਨ ਵੀ ਲੱਗਿਆ ਕਰੇ ਵੀ ਜਦੋਂ ਮੈਂ ਖੜਦਾ ਵੀ ਬਾਤ ਨਹੀਂ ਚੱਲਦੀ ਉਹ ਵੀ ਮੇਰੀ ਡਿਪਾਰਟਮੈਂਟ ਮੈਂ ਥੋੜਾ ਦਾ ਇਹਦਾ ਵਿੱਚ ਐਕਸਰੇ ਕਰਦੇ ਆ ਉਹ ਦੇਖਿਆ ਕਿ ਛੋਟੇ ਛੋਟੇ ਮੋਟੇ ਮੈਂ 4-5 ਦਿਨ ਦੇ ਵਿੱਚ ਸੀਜ਼ਨ ਲੈ ਲਿਆ ਵੀ ਇਹ ਮੈਂ ਕੋਲ ਬੁਲਾਏ ਗਏ 2019 ਅਪ੍ਰੈਲ ਦੇ ਵਿੱਚ ਮੈਂ ਇਹ 10 ਦਿਨ ਉਹ ਸ਼ੁਰੂ ਕਰੇ ਬੇਟਾ ਠੀਕ ਕਰ ਦਿੱਤੇ 10 ਦਿਨ ਉਹ ਕੰਮ ਕੇ ਬਤਾਇਆ ਕਰੇ ਗਿਆ ਮੈਂ ਸਭ ਨੂੰ ਇੱਕ ਗੱਲ ਸਹੀ ਦੱਸਦਾ ਹਾਂ ਮੈਨੂੰ ਬਹੁਤ ਬੰਦੇ ਪੁੱਛਦੇ ਨੇ ਕਿ ਉਹਨੇ ਬੁੱਢਿਆਂ ਦਾ ਕੀ ਹਾਲ ਹੈ ਮੈਂ ਨਾ ਇਹ ਜਵਾਬ ਹੁੰਦਾ ਵੀ ਜੋ ਤੁਸੀਂ ਮੈਨੂੰ ਯਾਦ ਕਰਾਉਂਦੇ ਹੋ ਕਿ ਮੇਰੇ ਗੋਡੇ ਬਦਲੇ ਮੈਨੂੰ ਤਾਂ ਕੰਮ ਦਾ ਲੱਗਦਾ ਗੋਡੇ ਬਦਲੇ I would like that he should say a few words. I'm very happy to be here this evening. I'm an orthopedic surgeon practicing in Jalandhar, and this technology is, as you've heard, is a game changer. Though I replace teams, but I do it the conventional way, and I'm sure that this technology is much better than anything that's been available before. And I don't think this there'll be a better technology than this in the coming years. And my congratulations to Jaiveer and Dr. for bringing this to Ludhiana and changing the entire scenario for joint replacement in this city. Thank you. And I would like to thank every guest, every friend, and a few of my patients who have come here to grace the occasion. And I congratulate the Ludhiana people. Now they are able to avail of the facility of this latest and advanced technology in the world. Good evening, ladies and gentlemen. I just congratulate Dr. B.S. Unjan and Dr. Jaiveer for the new world project, and I wish them all success. My association with the family is very long, and I and Dr. Unjan, we used to go to the villages to see the OPD and do the surgeries. We were really associated in 94 and 95. And I just tell you, I used to, at that time, when I was younger, and I used to think that if you remain with the successful people, success probably rubs on you. So, then mighty chooses different paths for everyone, and he has been really successful in making this hospital a great success, and I wish the family a great success in their future endeavors. Thank you so much. Unjan Hospital ਲੁਧਿਆਣੇ ਤੋਂ ਵਿੱਚ ਨਾਰਥ ਇੰਡੀਆ ਦੇ ਅੰਦਰ ਪਹਿਲੀ ਵਾਰ ਇੱਕ ਟਰੂ ਰੋਬੋਟ ਲੈ ਕੇ ਆ ਰਹੇ ਹਾਂ ਜਿਹਦਾ ਕਿ ਮੇਡ
ਸਟਰਾਈਕਰ ਕੰਪਨੀ ਵੱਲੋਂ ਹੈ ਤੇ ਇਹਦਾ ਜਿਹੜਾ ਅਫੀਸ਼ੀਅਲ ਨਾਮ ਹੈ ਉਹ ਮੇਕੋ ਹੈ। ਤੇ ਅਸੀਂ ਇਹਦਾ ਜਿਹੜਾ ਨਾਮ ਰੱਖਿਆ, ਅਸੀਂ ਉਹਦਾ ਨਾਮ ਰੱਖਿਆ ਫਾਈਨਬੋਟ। ਫਾਈਨਬੋਟ ਕਿਉਂ ਰੱਖਿਆ? ਬਿਕੋਜ਼ ਮੇਰੇ ਦਾਦਾ ਜੀ ਦੀ ਪਹਿਲਾਂ ਇੰਡਸਟਰੀ ਸੀ ਫਾਈਨ ਇੰਡਸਟਰੀਜ਼ ਦੇ ਨਾਂ ਤੇ ਉਸੀ ਲੈਗੇਸੀ ਨੂੰ ਅੱਗੇ ਆਉਂਦੇ ਹੋਏ ਅਸੀਂ ਇਸ ਰੋਬੋਟ ਦਾ ਨਾਮ ਫਾਈਨਬੋਟ ਰੱਖਿਆ। ਤੇ ਇਹ ਜਿਹੜਾ ਰੋਬੋਟ ਹੈ ਇਹ ਆਪ ਦੀ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦਾ ਇੱਕ ਮਿਕਸਚਰ ਹੈ, ਜਿਹਦੇ ਨਾਲ ਕਿ ਅਸੀਂ ਹੁਣ ਤੱਕ ਦੇ ਬੈਸਟ ਰਿਜ਼ਲਟਸ ਜੁਆਇੰਟ ਰਿਪਲੇਸਮੈਂਟ ਦੇ ਵਿੱਚ ਆਪਣੇ ਪੇਸ਼ੈਂਟਸ ਨੂੰ ਦੇ ਸਕਦੇ ਹਾਂ। ਦੇਖੋ ਇੱਦਾਂ ਹੈ ਕਿ ਪੇਸ਼ੈਂਟ ਜਾਂ ਕਸਟਮਰ ਜਿਹੜਾ ਤੁਹਾਡੇ ਕੋਲ ਆਉਂਦਾ ਉਹ ਡਾਕਟਰ ਦੇ ਫੇਥ ਤੇ ਆਉਂਦਾ। ਜਦੋਂ ਡਾਕਟਰ ਦਾ ਇੱਕ ਰੋਬੋਟ ਦੇ ਉੱਪਰ ਪੂਰਾ ਫੇਥ ਹੁੰਦਾ ਹੈ ਤਾਂ ਪੇਸ਼ੈਂਟ ਦਾ, ਕਸਟਮਰ ਦਾ ਆਟੋਮੈਟਿਕਲੀ ਫੇਥ ਬਣ ਜਾਂਦਾ। ਜੇ ਡਾਕਟਰ ਹੀ ਕਨਵਿੰਸਡ ਨਹੀਂ ਹੈ ਤਾਂ ਕਦੀ ਵੀ ਪੇਸ਼ੈਂਟ ਨੂੰ ਉਸ ਚੀਜ਼ ਲਈ ਕਨਵਿੰਸ ਨਹੀਂ ਕਰ ਸਕਦਾ। ਤੇ ਮੀ ਬੀਇੰਗ ਅ ਮੇਕੋ ਸਰਜਨ ਵਿਚ ਆਈ ਕੈਨ ਸੇ ਇਟ ਵੈਰੀ ਪ੍ਰਾਊਡਲੀ ਦੈਟ ਯੈਸ ਆਈ ਐਮ ਅ ਮੇਕੋ ਸਰਜਨ, ਮੇਰਾ ਮੇਕੋ ਤੇ ਇੰਨਾ ਜ਼ਿਆਦਾ ਫੇਥ ਹੈ, ਮੈਂ ਉਸੀ ਫੇਥ ਨੂੰ ਆਪਣੇ ਪੇਸ਼ੈਂਟ ਦੇ ਉੱਪਰ 100% ਲੈ ਕੇ ਆ ਸਕਦਾ ਤੇ ਉਹਨਾਂ ਨੂੰ ਵੀ ਕਨਵਿੰਸ ਕਰ ਸਕਦਾ। ਤੇ ਜੇ ਪੇਸ਼ੈਂਟ ਮੇਰੇ ਤੇ ਫੇਥ ਕਰੇ ਤਾਂ ਰੱਬ ਦੀ ਕਿਰਪਾ ਨਾਲ ਉਹਨੂੰ ਕਦੀ ਕੋਈ ਪ੍ਰੋਬਲਮ ਆਉਂਦੀ। ਪੰਜਾਬ ਦੀ ਗੱਲ ਕਰੀਏ, ਕਿੰਨੇ ਰੋਬੋਟ ਨੇ ਪੰਜਾਬ 'ਚ? ਅਗਰ ਅਜੇ ਤੱਕ ਤੁਸੀਂ ਕਿਹਾ ਤੁਹਾਡਾ ਪਹਿਲਾ ਹੀ ਹੈ ਪੰਜਾਬ ਦੇ ਅੰਦਰ, ਕਿ ਮੈਂ ਨਾਰਥ ਇੰਡੀਆ ਦੀ ਗੱਲ ਕਰ ਰਿਹਾ, ਇਹ ਨਾਰਥ ਇੰਡੀਆ ਦਾ ਪਹਿਲਾ ਰੋਬੋਟ ਹੈ। ਬਹੁਤ ਲੋਕੀ ਹੈ ਜਿਹੜੇ ਕਿ ਹੋਰ ਬਹੁਤ ਚੀਜ਼ਾਂ ਨੇ ਜਿਨ੍ਹਾਂ ਨੂੰ ਰੋਬੋਟ ਕਲੇਮ ਕਰਦੇ ਨੇ, ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਵਾਇਆ ਟਰੂ ਰੋਬੋਟ, ਆਪਾਂ ਕਿਸੇ ਮਸ਼ੀਨ ਨੂੰ ਰੋਬੋਟ ਨਹੀਂ ਕਹਿ ਸਕਦੇ। ਨੈਵੀਗੇਸ਼ਨ ਇੱਕ ਇਹੋ ਜਿਹੀ ਮਸ਼ੀਨ ਸੀ ਜਿਹੜੀ ਕਿ ਸਾਡੇ ਕੋਲ ਸੀਗੀ, ਵੀ ਬੌਟ ਇਟ ਇਨ 2008, ਪਰ ਹੁਣ ਵੀ ਬਹੁਤ ਲੋਕੀ ਨੇ ਉਹਦੇ ਹੀ ਅੱਗੇ ਐਡਵਾਂਸਮੈਂਟ ਨੂੰ ਰੋਬੋਟ ਕਹਿ ਰਹੇ ਨੇ, ਪਰ ਉਹ ਇੱਕ ਰੋਬੋਟ ਨਹੀਂ ਹੈ। ਸਹੀ ਮਾਇਨੇ ਦੇ ਅੰਦਰ ਅਗਰ ਆਪਾਂ ਟਰੂ ਰੋਬੋਟਿਕ ਸੈਂਸ ਦੇ ਵਿੱਚ ਜਾਈਏ ਤਾਂ ਇਹ ਨਾਰਥ ਇੰਡੀਆ ਦਾ ਪਹਿਲਾ ਰੋਬੋਟ ਹੈ, ਸਿਰਫ ਪੰਜਾਬ ਦਾ ਨਹੀਂ। ਪੈਸੇ ਦੀ ਗੱਲ ਕਰੀਏ, ਕਿੰਨਾ ਕੁ ਲੱਗ ਜਾਂਦਾ? ਬੰਦਾ ਜਦੋਂ ਸੋਚਦਾ ਹੈ ਕਿ ਜੇ ਰੋਬੋਟ ਨਾਲ ਕਰ ਰਿਹਾ ਪੈਸਾ ਬਹੁਤ ਲੱਗਦਾ। ਦੇਖੋ ਹਰ ਬੰਦੇ ਦੇ ਮਨ ਜਾਂਦੀ ਹੈ ਕਿ ਇੰਨੀ ਵੱਡੀ ਚੀਜ਼ ਹੈ, ਇੰਨੀ ਵੱਡੀ ਟੈਕਨੋਲੋਜੀ ਹੈ, ਇਹਦੇ ਨਾਲ ਸਾਡੇ ਪੈਸੇ ਪਤਾ ਨਹੀਂ ਕਿੰਨੇ ਕੁ ਲੱਗਣਗੇ। ਪਰ ਇਹ ਵੀ ਮੈਂ ਸਾਰਿਆਂ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਜੋ ਰੇਟ ਮਾਰਕੀਟ ਦਾ ਹੈ, ਜੋ ਸਾਡਾ ਪਹਿਲਾਂ ਰੇਟ ਸੀ ਨੀ ਰਿਪਲੇਸਮੈਂਟ ਦਾ, ਹਜੇ ਵੀ ਸਾਡਾ ਉਹੀ ਰੇਟ ਹੈ। ਕੀ ਰੇਟ ਕੀ ਹੈ ਇਹਦੇ ਵਿੱਚ ਦੇਖੋ, ਜਦੋਂ ਪੇਸ਼ੈਂਟ ਤੁਹਾਡੇ ਕੋਲ ਆਉਂਦਾ ਹੈ, ਪੇਸ਼ੈਂਟ ਦੇ ਡਿਜ਼ਾਈਨ ਤੇ ਜਾਂ ਪੇਸ਼ੈਂਟ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਉੱਪਰ ਬਹੁਤ ਡਿਪੈਂਡ ਕਰਦਾ। ਠੀਕ ਹੈ, ਇਹ ਤੁਹਾਡਾ 2.5, 2.5, ਪੌਣੇ 3 ਦੇ ਵਿੱਚ ਡਿਪੈਂਡਿੰਗ ਅਪੋਨ ਦ ਪੇਸ਼ੈਂਟ ਕਿੰਨੀ ਕੁ ਉਹਦੀ ਪ੍ਰੋਬਲਮ ਹੈ, ਕਿਸ ਤਰ੍ਹਾਂ ਦਾ ਉਹਦਾ ਇੰਪਲਾਂਟ ਪੈਣਾ, ਉਹਦੇ ਉੱਪਰ ਡਿਪੈਂਡ ਕਰਦਾ। ਪਹਿਲੇ ਵਾਲਾ ਗੋਡਾ ਰਹਿੰਦਾ ਜੇ, ਕਿਉਂਕਿ ਜਦੋਂ ਪੇਸ਼ੈਂਟ ਬਿਮਾਰ ਨਹੀਂ ਹੁੰਦਾ ਗੋਡਾ ਦਾ ਬਹੁਤ ਵਧੀਆ ਹੁੰਦਾ। ਹਾਂਜੀ, ਆਪਰੇਸ਼ਨ ਹੋਣ ਤੋਂ ਬਾਅਦ ਕੀ ਉਹਦੀ ਕੰਡੀਸ਼ਨ ਹੋ ਜਾਂਦੀ? ਉਦਾਂ ਦਾ ਹੀ ਰਹਿੰਦਾ ਜੀ? ਬਿਲਕੁਲ, ਜਦੋਂ ਪੇਸ਼ੈਂਟ ਬਿਲਕੁਲ ਠੀਕ ਸੀ, ਜੋ ਉਹਦਾ ਇੱਕ ਨਾਰਮਲ ਨੀ ਸੀ, ਜੋ ਉਹਨੇ ਆਪਣੀ ਜਵਾਨੀ ਦੇ ਅੰਦਰ ਆਪਣੀ ਨੀ ਦੇ ਨਾਲ ਜੋ ਕੰਮ ਕੀਤੇ ਨੇ, ਖਰਾਬ ਹੋਣ ਤੋਂ ਬਾਅਦ ਅਸੀਂ ਰੋਬੋਟ ਦੇ ਨਾਲ ਉਹੀ ਪਰਫੈਕਸ਼ਨ ਅਚੀਵ ਕਰ ਸਕਦੇ ਹਾਂ ਜਿਹੜੀ ਕਿ ਉਹਦੀ ਕਿਸੇ ਟਾਈਮ ਤੇ ਹੁੰਦੀ ਸੀ। ਥੈਂਕ ਯੂ। ਥੈਂਕ ਯੂ। ਜਿਸ ਦੇ ਵਿੱਚ ਅਸੀਂ ਦੇਖਿਆ ਕਿ ਉਹ ਪੇਸ਼ੈਂਟਸ ਜਿਹੜੇ ਪਹਿਲਾਂ ਇਹ ਕਹਿ ਰਹੇ ਸੀਗੇ ਕਿ ਇਹਨਾਂ ਦਾ ਹੱਥ ਦੀ ਸਫਾ ਹੈਗੀ ਹੈ, ਉਹ ਤੁਹਾਡੀ ਸਫਾ ਔਰ ਉਹਦੇ ਨਾਲ ਨਾਲ ਇਹ ਜਿਹੜੀ ਮਾਡਰਨ ਮਸ਼ੀਨਰੀ ਹੈ, ਕੀ ਕਹਿਣਾ ਚਾਹੋਗੇ? ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਵੀ ਡਬਲ ਰੇਟ ਤੇ ਅੱਧੇ ਰੇਟ, ਬਹੁਤ ਜ਼ਿਆਦਾ ਵੱਡੇ ਡਿਫਰੈਂਸਿਸ ਹੈਗੇ ਆ। ਔਰ ਜਿਹੜੇ ਪੇਸ਼ੈਂਟ 2-2 ਸਾਲ ਹੋ ਗਏ, 3-3 ਸਾਲ ਹੋ ਗਏ, ਵਧੀਆ ਬਾਈਕ ਨਾਲ ਉਹ ਆਪਣੀ ਜ਼ਿੰਦਗੀ ਵਧੀਆ ਗੁਜ਼ਾਰ ਰਹੇ ਨੇ, ਔਰ ਜਦੋਂ ਤੁਹਾਨੂੰ ਲੱਗਾ ਕਿ ਨਹੀਂ ਇਦੋਂ ਵੀ ਜ਼ਿਆਦਾ ਵਧੀਆ ਹੋ ਸਕਦਾ, ਉਹਦੇ ਲਈ ਨਾਰਥ ਇੰਡੀਆ ਤੁਸੀਂ ਪਹਿਲਾਂ ਇਹ ਲੈ ਕੇ ਆਏ, ਕੀ ਕਹਿਣਾ ਚਾਹੋਗੇ? ਅਸੀਂ ਜਿਹੜੀਆਂ ਕਿ ਪਹਿਲਾਂ ਕੁਝ ਵੀ ਕਮੀਆਂ ਰਹਿ ਜਾਂਦੀਆਂ ਸੀਗੀਆਂ ਜਦੋਂ ਕਿ ਅਸੀਂ ਮੈਨੂਅਲ ਤਰੀਕੇ ਨਾਲ ਕਰਦੇ ਸੀ, ਹੁਣ ਉਹ ਕਮੀਆਂ ਨੂੰ ਪੂਰਾ ਕਰਨ ਦੀ ਖਾਤਰ ਜੋ ਵਰਲਡ ਦੀ ਲੇਟੈਸਟ ਟੈਕਨੋਲੋਜੀ ਆ ਉਹ ਅਸੀਂ ਲੈ ਕੇ ਆਏ ਆ, ਤਾਂ ਕਿ ਕਿਸੇ ਕਿਸਮ ਦੀ ਵੀ ਕੋਈ ਕਮੀ ਰਵੇ ਨਾ। ਜਿੱਥੋਂ ਤੱਕ ਕਿ ਚਾਰਜਸ ਦਾ ਤਲਕ ਆ, ਅਸੀਂ ਇੱਕ ਵੀ ਪੈਸਾ ਰੋਬੋਟ ਦੇ ਨਾਂ ਤੇ ਨਹੀਂ ਲੈ ਰਹੇ। ਜੋ ਪੈਸੇ ਅਸੀਂ ਪਹਿਲਾਂ ਲੈਂਦੇ ਸੀ, ਜਿੰਨੇ ਪੈਸੇ ਲੈਂਦੇ ਸੀ ਉਨੇ ਹੀ ਹੁਣ ਲੈ ਰਹੇ ਹਾਂ, ਇੱਕ ਵੀ ਪੈਸਾ ਫਾਲਤੂ ਨਹੀਂ ਲੈ ਰਹੇ। ਇਹ ਕਈ ਵਾਰੀ ਕਈ ਲੋਕੀ ਪ੍ਰੋਪੇਗੈਂਡਾ ਗਲਤ ਕਰ ਦਿੰਦੇ ਆ ਕਿ ਜੇ ਰੋਬੋਟ ਨਾ ਕਰਦੇ ਆ ਜੀ ਪੈਸੇ ਇੰਨੇ ਲੈਂਦੇ ਹੋਣਗੇ, ਇਹ ਕਰਦੇ ਹੋਣਗੇ, ਉਹ ਕਰਦੇ ਹੋਣਗੇ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਬਿਲਕੁਲ 100% ਚਾਰਜਸ ਉਹੀ ਨੇ ਜਿੰਨੇ ਕਿ ਅਸੀਂ ਪਹਿਲਾਂ ਲੈਂਦੇ ਸੀ। ਜਿਸ ਤਰੀਕੇ ਨਾਲ MLA ਜੀ ਨੇ ਆ ਕੇ ਆਸ਼ੂ ਜੀ ਨੇ ਫੈਮਿਲੀ ਮੈਂਬਰ ਤੁਹਾਡੇ ਹੈਗੀ ਆ, ਕਿਉਂਕਿ ਇਨੋਗ੍ਰੇਸ਼ਨ ਵੀ ਮੈਂ ਕਵਰ ਕੀਤਾ ਸੀ ਜਦੋਂ ਉਹਦਾ ਭੈਣ ਜੀ ਹੋ ਰਿਹਾ ਜੀ ਬਾਈਕ। ਕੀ ਕਹਿਣਾ ਚਾਹੋਗੇ ਕਿ ਇੱਕ ਪਾਰਟ ਐਂਡ ਪਾਰਸਲ ਤੁਸੀਂ ਹਰ ਬੰਦੇ ਦੇ ਨਾਲ ਇਕੱਲੇ ਆਸ਼ੂ ਜੀ ਦਾ ਨਹੀਂ, ਅਗਰ ਆਪਾਂ ਗੱਲ ਕਰੀਏ ਜਿਹੜਾ ਵੀ ਬੰਦਾ ਤਿਆਰ ਹੈਗਾ ਉਹ ਇੱਕ ਪਾਰਟ ਬਣ ਜਾਂਦਾ। ਦੇਖੋ ਗੱਲ ਇਹ ਆ, ਇਨਸਾਨ ਤਾਂ ਇਨਸਾਨ ਬਿਨਾਂ ਨਹੀਂ ਰਹਿ ਸਕਦਾ। ਇਹ ਇੱਕ ਸੁਸਾਇਟੀ ਆ ਜਿਹਦੇ ਨਾਲ ਤੁਹਾਨੂੰ ਰਲ ਕੇ ਰਹਿਣਾ ਪੈਣਾ, ਔਰ ਇਹ ਲੋਕਾਂ ਦਾ ਪਿਆਰ ਆ ਜਿਹਦੇ ਕਰਕੇ ਅਸੀਂ ਇੱਥੇ ਪਹੁੰਚੇ ਆ। ਆਸ਼ੂ ਜੀ ਵੀ ਸਾਨੂੰ ਪਿਆਰ ਕਰਦੇ ਆ, ਅਸੀਂ ਵੀ ਉਹਨਾਂ ਨੂੰ ਇੱਜ਼ਤ ਮਾਣ ਦਿੰਦੇ ਆ, ਤੇ ਸਾਰੇ ਜਿੰਨੇ ਵੀ ਇੱਥੇ ਆਏ ਨੇ ਸਾਰੇ ਉਹਨਾਂ ਦਾ ਅਸੀਂ ਇੱਜ਼ਤ ਮਾਣ ਕਰਦੇ ਆ, ਔਰ ਉਸੇ ਹਿਸਾਬ ਨਾਲ ਅੱਗੇ ਇਹ ਕੰਮ ਚੱਲਦਾ, ਕਿਉਂਕਿ ਸੁਸਾਇਟੀ ਦੇ ਵਿੱਚ ਰਹਿਣਾ ਤਾਂ ਤੁਹਾਨੂੰ ਨਿਮਰਤਾ ਦੇ ਨਾਲ ਰਹਿਣਾ ਹੀ ਵਧੀਆ ਹੈ। ਦੇਖੋ ਜਿਸ ਤਰੀਕੇ ਨਾਲ ਸਾਰਿਆਂ ਨੇ ਚੈਰਿਟੀ ਬਾਰੇ ਗੱਲ ਕੀਤੀ, ਔਰ ਤੁਹਾਡੇ
ਮਨ ਦੇ ਵਿੱਚ ਗੱਲ ਕੀਤੀ, ਹੁਣ ਮਸ਼ੀਨਰੀ ਬੜੀ ਮਹਿੰਗੀ ਹੋਰ ਜਿਹੜੀ ਹੈਗੀ ਹੈ ਇੰਸਟਾਲ ਹੋ ਚੁੱਕੀ ਹੈ। ਪਹਿਲਾਂ ਹਸਪੀਟਲ ਬਹੁਤ ਜ਼ਿਆਦਾ ਵੱਡਾ ਜਿਹੜਾ ਹੈ ਉਹ ਬੜਾ ਤੁਹਾਡਾ ਵੱਡਾ ਐਕਸਪੈਂਸਿਸ ਲੱਗਿਆ ਸੀਗਾ, ਉਦੋਂ ਵੀ ਨਹੀਂ ਤੁਸੀਂ ਬਦਲੇ। ਹੁਣ ਮਤਲਬ ਜਦੋਂ ਮਸ਼ੀਨਰੀ ਇੰਨੀ ਵਧੀਆ ਲੱਗ ਗਈ ਹੈ ਤੇ ਹੁਣ ਵੀ ਉਹੀ ਰਹੂਗਾ ਕੰਮ? ਮੈਂ ਨਹੀਂ ਬਦਲ ਸਕਦਾ, ਮੈਂ ਹੀ ਰਹਿਣਾ। ਜੋ ਮੇਰਾ ਸੁਭਾਅ ਉਹ ਇਸੇ ਤਰ੍ਹਾਂ ਦਾ ਹੀ ਰਹਿਣਾ, ਕਿਉਂਕਿ ਮੈਂ ਤਾਂ ਸਾਰਿਆਂ ਦੇ ਨਾਲ ਰਲ ਕੇ ਇੱਕ ਗਰੀਬ ਦੀ ਮਦਦ ਕਰਨ ਵਾਲਾ ਡਾਕਟਰ ਹਾਂ, ਔਰ ਮੈਂ ਸ਼ੁਰੂ ਤੋਂ ਕਰਦਾ ਆਇਆ, ਕਰਦਾ ਰਹੂੰਗਾ ਔਰ ਕਰ ਵੀ ਰਿਹਾ। ਹੁਣ ਵੀ ਕਈ ਵਾਰੀ ਮਰੀਜ਼ਾਂ ਨੂੰ ਜਿੰਨੀ ਕੁ ਲੋੜ ਹੁੰਦੀ ਆ ਉਨੇ ਕੁ ਪੈਸੇ ਉਹਨਾਂ ਨੂੰ ਛੱਡ ਕੇ, ਜਿੰਨੇ ਕੁ ਉਹਨਾਂ ਕੋਲ ਗੁੰਜਾਇਸ਼ ਹੁੰਦੀ ਆ ਉਹ ਪੈਸੇ ਲੈ ਕੇ ਉਹਨਾਂ ਨੂੰ ਕਹੀਦਾ ਜੀ ਚਲੋ ਠੀਕ ਆ ਤੁਸੀਂ ਜਾਓ। ਇਸ ਤਰ੍ਹਾਂ ਹੈ ਵੀ ਮਦਦ, ਜਿਸ ਤਰ੍ਹਾਂ ਡਾਕਟਰ ਮਿੱਤਲ ਨੇ ਦਸਵੰਧ ਦੀ ਗੱਲ ਕੀਤੀ, ਮੈਂ ਹੋ ਸਕਦਾ ਦਸਵੰਧ ਤੋਂ ਵੀ ਵੱਧ ਕੱਢ ਦਿੰਦਾ, ਪਰ ਮੈਂ ਕਦੇ ਗਿਣਿਆ ਨਹੀਂ। ਜੀ ਕਿੱਦਾਂ ਲੱਗ ਰਿਹਾ ਤੁਹਾਨੂੰ? ਪਹਿਲਾਂ ਇਹ ਨਾਰਥ ਇੰਡੀਆ ਦੇ ਵਿੱਚ ਜਿਹੜੀ ਫਸਟ ਲਾਂਚ ਹੈਗੀ ਆ, ਔਰ ਇੱਕ ਸਿੰਪਲ ਹੁੰਜਨ ਫੈਮਿਲੀ ਜਿਹਦੇ ਨਾਲ ਤੁਸੀਂ ਪਹਿਲਾਂ ਅਟੈਚ ਹੋ ਕੇ ਵਧੀਆ ਹਸਪੀਟਲ ਬਣਿਆ, ਸਿੰਪਲ ਹਸਪੀਟਲ ਤੋਂ ਕੰਪਲੈਕਸ ਜਾਏ, ਔਰ ਅੱਜ ਇਹ ਨਾਰਥ ਇੰਡੀਆ ਦਾ ਸਭ ਤੋਂ ਜਿਹੜਾ ਪਹਿਲਾ ਰਿਪੋਰਟ ਲਾਂਚ ਹੋਇਆ, ਕੀ ਮਾਈਂਡ ਸਪੇਸ ਹੈ, ਕੀ ਗੱਲ? मैं अपने आप बहुत प्राउड महसूस कर रही हूँ और बहुत खुशनसीब भी हाँ कि मैंने एक यह जिहा पार्टनर मिला कि जो ਜਿਹਦੇ ਮਨ ਵਿੱਚ ਲੋਕਾਂ ਦੇ ਪ੍ਰਤੀ ਜੋ ਉਹਨਾਂ ਦੀ ਸੇਵਾ ਕਰਨੀ ਹੈ ਉਹ ਜਜ਼ਬਾ ਤਾਂ ਹੈਗਾ ਹੀ ਹੈ, ਪਰ ਮਤਲਬ ਜੋ ਵਰਲਡ ਦੀ ਲੇਟੈਸਟ ਟੈਕਨੋਲੋਜੀ ਹੈ ਉਹਨੂੰ ਵੀ ਲਿਆ ਕੇ ਉਹਦੇ ਰਾਹੀਂ ਲੋਕਾਂ ਦੀ ਸੇਵਾ ਕਰਨਾ, ਉਹਨਾਂ ਦੇ ਮਨ ਵਿੱਚ ਹਮੇਸ਼ਾ ਅੱਗੇ ਵਧਣ ਦੀ ਜਿਹੜੀ ਖੁਆਇਸ਼ ਹੈ ਹੋਰ ਵੀ ਮਤਲਬ ਉਹਦੇ ਲਈ ਮੈਂ ਖੁਸ਼ ਫੀਲ ਕਰਦੀ ਹਾਂ। ਔਰ ਉਹਨਾਂ ਨੂੰ ਸਾਥ ਤੁਹਾਡਾ, ਕਿਉਂਕਿ ਜਿਸ ਤਰੀਕੇ ਨਾਲ ਦਸਵੰਧ ਕੱਢਦੇ ਆ ਔਰ ਹੋਰ ਜਿਹੜਾ ਚੈਰਿਟੀ ਕਰਦੇ ਹੈਗੇ, ਕਿਉਂਕਿ ਤੁਸੀਂ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਹੋ ਔਰ ਹਮੇਸ਼ਾ ਤੁਸੀਂ ਉਹਨਾਂ ਨੂੰ ਇਹੀ ਗਾਈਡ ਕਰਦੇ ਹੋ ਕਿ ਨਹੀਂ ਆਪਣਾ ਜਿਹੜਾ ਹੈਗਾ ਦਸਵੰਧ ਦਾ ਆਪਣੇ ਮਾਈਂਡ ਸੈਟ ਆਪਾਂ ਲੋਕਾਂ ਦੇ ਗਰੀਬ ਬੰਦਿਆਂ ਦੇ ਲਈ ਚੈਰਿਟੀ ਹੈ ਜਿਹੜੀ ਕਰੀ ਜਾਂਦੀ ਹੈ। ਹਾਂਜੀ ਬਿਲਕੁਲ, ਉਹ ਤਾਂ ਹਮੇਸ਼ਾ ਹੀ ਇਹ ਸ਼ੁਰੂ ਤੋਂ ਹੀ ਉਹਨਾਂ ਦੇ ਮਨ ਵਿੱਚ ਰਿਹਾ ਔਰ ਮੇਰਾ ਵੀ ਇਹ ਹਮੇਸ਼ਾ ਉਹਨਾਂ ਦੇ ਇਸ ਗੱਲ ਲਈ ਉਹਨਾਂ ਦੇ ਸਾਥ ਰਿਹਾ ਕਿ ਜਿੰਨਾ ਹੋ ਸਕੇ ਜਿਹੜਾ ਕੋਈ ਗਰੀਬ ਹੈ ਨਹੀਂ ਦੇ ਸਕਦਾ ਕੋਈ ਗੱਲ ਨਹੀਂ, ਉਹਨਾਂ ਦਾ ਹਮੇਸ਼ਾ ਹੀ ਉਹ ਕਰਦੇ ਰਹੇ ਨੇ ਤੇ ਹਮੇਸ਼ਾ ਮੇਰੇ ਖਿਆਲ ਇਹ ਮਨ 'ਚ ਉਹਨਾਂ ਦੇ ਰਹੇਗਾ ਔਰ ਕਰਦੇ ਵੀ ਰਹਿਣਗੇ। ਗਰੀਬਾਂ ਦਾ ਹਮੇਸ਼ਾ ਉਹਨਾਂ ਨੇ ਭਲਾ ਕੀਤਾ ਤੇ ਉਹਨਾਂ ਦਾ ਫ੍ਰੀ ਜੋ ਵੀ ਕਰ ਸਕਦੇ ਨੇ ਇਲਾਜ ਕਰਦੇ ਨੇ ਉਹ ਕਰਦੇ ਨੇ। ਬੇਟਾ ਕੀ ਕਹਿਣਾ ਚਾਹੋਗੇ, ਇੱਕ ਐਸਾ ਭਾਈ ਜਿਹੜਾ ਫੋਰਨ ਦੀ ਜਗ੍ਹਾ ਤੋਂ ਜ਼ਿੰਦਗੀ ਛੱਡ ਕੇ ਅੱਜ ਇੰਡੀਆ ਦੇ ਵਿੱਚ ਔਰ ਮਦਰ ਫਾਦਰ ਨੂੰ ਸੁੱਖ ਦੇ ਰਿਹਾ, ਮੌਕਾ ਦੇ ਰਿਹਾ, ਔਰ ਅੱਜ ਇੱਕ ਬ੍ਰਾਂਡ ਤੁਸੀਂ ਜਿਹੜੇ ਹੈਗੇ ਆ ਪੰਜਾਬ ਦੇ ਕੀ ਹਿੰਦੁਸਤਾਨ ਦੇ ਬ੍ਰਾਂਡ ਵਾਲੀ ਗੱਲ ਹੈ, ਨਾਰਥ ਇੰਡੀਆ 'ਚ ਪਹਿਲਾਂ ਇਹ ਲਾਂਚ ਹੋਣਾ, ਕਿਵੇਂ ਤੁਸੀਂ ਫੈਮਿਲੀ ਨਾਲ ਫੀਲ ਕਰਦੇ? ਇਸ ਲਈ ਮੈਂ ਵੀ ਬਹੁਤ ਪ੍ਰਾਊਡ ਫੀਲ ਕਰ ਰਹੀ ਹਾਂ। ਮੈਂ ਪਾਪਾ ਨੂੰ ਦੇਖਿਆ ਗਰੋ ਕਰਦੇ ਹੋਏ, ਹੁਣ ਅੱਗੇ ਮੈਂ ਦੇਖ ਰਹੀ ਹਾਂ ਕਿ ਜੈਵੀ ਵੀ ਪਾਪਾ ਦੇ ਫੁੱਟਸਟੈਪਸ 'ਤੇ ਕਿਵੇਂ ਫੋਲੋ ਕਰ ਰਿਹਾ ਹੈ, ਕਿਵੇਂ ਹਰ ਚੀਜ਼ ਨੂੰ ਅੱਗੇ ਲੈ ਕੇ ਜਾਣਾ ਚਾਹ ਰਿਹਾ ਹੈ, ਕਿਵੇਂ ਆਪਣੀ ਫੀਲਡ ਦੇ ਵਿੱਚ ਸਕਸੈਸ ਕਰ ਰਿਹਾ ਹੈ। ਮੈਨੂੰ ਅੱਛਾ ਫੀਲ ਹੁੰਦਾ ਹੈ। ਸੋ ਮੈਂ ਸਿਰਫ ਇੱਕੋ ਹੀ ਚੀਜ਼ ਕਹਿਣਾ ਚਾਹੂੰਗੀ, lots and lots of best wishes and success may come their way always. All the best wishes, may God bless them always, and whatever they do in their field, they just achieve success in that. ਜੈਸਾ ਇੱਕ ਸਾਲ ਦਾ ਤੁਹਾਡਾ ਸਫ਼ਰ ਹੈ ਇਸ ਪਰਿਵਾਰ ਦੇ ਨਾਲ, ਕਿੱਦਾਂ ਤੁਸੀਂ ਮਹਿਸੂਸ ਕਰਦੇ ਹੋ ਅੱਜ ਜਿਹੜਾ ਹੈਗਾ ਇੱਦਾਂ ਵਧੀਆ? ਮੈਂ ਆਪਣੇ ਆਪ ਨੂੰ ਬਹੁਤ ਲੱਕੀ ਫੀਲ ਕਰਦੀ ਹਾਂ ਕਿ ਮੈਂ ਇਸ ਫੈਮਿਲੀ ਦਾ ਪਾਰਟ ਬਣੀ। ਫੈਮਿਲੀ ਇਹਨਾਂ ਦਾ ਨਾਂ ਇੰਨਾ ਵਧੀਆ, ਪਰ ਪਰਸਨ ਇੰਨੇ ਡਾਊਨ ਟੂ ਅਰਥ ਨੇ। ਮੈਨੂੰ ਬਿਲਕੁਲ ਇਹਨਾਂ ਨੇ ਫਰਸਟ ਡੇ ਤੋਂ ਕਦੇ ਨਹੀਂ ਮਹਿਸੂਸ ਕਰਵਾਇਆ ਕਿ ਮੈਂ ਬਾਹਰ ਦੀ ਆਈ ਹਾਂ। ਮੰਮਾ ਪਾਪਾ ਦੀਦੀ ਜੈਵੀ ਜੀਜੂ ਸਾਰੇ ਇੰਨੇ ਵਧੀਆ ਪਰਸਨ ਨੇ, ਅਤੇ ਦਿਲ ਦੇ ਨਾਲ ਇਹ ਪੇਸ਼ੈਂਸ ਵੱਲ ਵੀ ਇਹਨਾਂ ਦਾ ਜਿਵੇਂ ਹੈਗਾ ਵੇ ਆਫ ਨੇਚਰ ਉਹ ਵੀ ਵਧੀਆ ਰੱਖਦੇ, ਚਾਹੇ 2 ਵਜੇ ਹੋ ਜਾਂ 3 ਵਜੇ ਹੋ, ਕਦੇ ਵੀ ਮਨਾ ਨਹੀਂ ਕਰਨਗੇ। ਹੁਣ ਕਈ ਡਾਕਟਰਸ ਹੁੰਦੇ ਨੇ ਜੀ ਅਸੀਂ ਨਹੀਂ ਐਮਰਜੈਂਸੀ ਵੇਖਦੇ, ਤੁਸੀਂ ਕਿੱਥੇ ਹੋਰ ਭੇਜ ਦਿਓ। 2-3 ਵਜੇ ਚਾਹੇ 4 ਵਜੇ ਹੋਣ ਜਾਣਗੇ, ਦੇਖਣਗੇ। ਡਾਕਟਰਸ ਵਧੀਆ ਡਾਕਟਰ ਨੇ ਤੇ ਵਧੀਆ ਨੇਚਰ ਦੇ ਬੰਦੇ ਨੇ। ਤੁਹਾਡਾ ਵੀ ਪ੍ਰੋਫੈਸ਼ਨ ਮੈਡੀਕਲ ਹੈ, ਤਾਂ ਹੁਣ ਚੇਂਜਿੰਗ ਤੁਹਾਡੇ ਮਨ ਦੇ ਵਿੱਚ ਵੀ ਉਵੇਂ ਆ ਰਹੀ ਹੈ ਵੀ ਉਹੀ ਚੀਜ਼ਾਂ ਉਹੀ ਚੈਰਿਟੀ? ਹਾਂਜੀ ਚਲੋ, ਹਾਂਜੀ ਪੈਥੋਲੋਜੀ 'ਚ ਤਾਂ ਚਲੋ ਚੈਰਿਟੀ ਤਾਂ ਜੀ ਚੱਲਦੀ ਰਹਿੰਦੀ ਹੈ, ਕੁਛ 'ਚ ਤਾਂ ਇੰਨੀ ਚੈਰਿਟੀ ਹੁੰਦੀ ਨਹੀਂ, ਪਰ ਹਾਂਜੀ ਇਹਨਾਂ ਦੇ ਨਾਲ ਰਹਿ ਕੇ ਮੇਰਾ ਵੀ ਹੁੰਦਾ ਕਿ ਅਸੀਂ ਕੁਝ ਕਰੀਏ, ਕੈਂਪਸ ਕਰੀਏ, ਚੈਰਿਟੀ ਕਰੀਏ ਉਸ ਹਿਸਾਬ ਨਾਲ। ਅੱਜ ਇੰਡੀਆ ਦਾ ਯੂਥ ਜਿਹੜਾ ਬਾਹਰ ਜਾ ਰਿਹਾ ਹੈ, ਹਾਂਜੀ, ਲੇਕਿਨ ਕੀ ਕਹਿਣਾ ਚਾਹੋਗੇ ਕਿ ਜੋ ਬੱਚੇ ਆਪਣੇ ਮਦਰ ਫਾਦਰ ਨਾਲ, ਦੇਖੋ ਪਹਿਲਾਂ ਬੱਚਿਆਂ ਦੀ ਪਰਵਰਿਸ਼, ਤੁਹਾਡੇ ਬੱਚੇ ਹੋਣਗੇ ਬੱਚਿਆਂ ਦੇ ਨਾਲ ਅਟੈਚ ਮਾਂ-ਬਾਪ ਔਰ ਮਾਂ-ਬਾਪ ਦੇ ਆਪਣੇ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਉਹ ਆਪਣੇ ਮਾਂ-ਬਾਪ ਦੇ ਨਾਲ ਉਸੇ ਹਸਪੀਟਲ ਦੇ ਵਿੱਚ ਆ ਕੇ ਜਾਂ ਹਸਪੀਟਲ ਜਾਂ ਜਿਹੜਾ ਵੀ ਬਿਜ਼ਨਸ ਉਹਨਾਂ ਦੇ ਨਾਲ ਆਪਣਾ ਹੱਥ ਮਿਲਾਉਣ, ਇਨਸਟੈਡ ਕਿ ਤੁਸੀਂ ਬਾਹਰ ਜਾ ਕੇ ਆਪਦਾ ਚੱਕ ਹੋਣ ਜ਼ਿੰਦਗੀ ਗੁਜ਼ਾਰ ਰਹੇ ਨੇ, ਪਰ ਮਾਂ-ਬਾਪ ਜਿਹੜੇ ਹੈਗੇ ਉਹ ਵਿਚਾਰੇ ਤਰਸਦੇ ਰਹਿੰਦੇ। ਕੀ ਕਹਿਣਾ ਚਾਹੋਗੇ? ਨਹੀਂ, ਜਿਹੜੇ ਇਸ ਵਿੱਚ ਦਾ ਜੀ ਮੈਂ ਫੈਮਿਲੀ ਪ੍ਰੋ ਹਾਂ। ਇਸ ਤਰ੍ਹਾਂ ਜਿੰਨਾ ਪੇਰੈਂਟਸ ਸਾਨੂੰ ਛੋਟੇ ਹੁੰਦੇ ਤੋਂ ਵੱਡਾ ਕੀਤਾ ਹੈ, ਅਸੀਂ 30 ਸਾਲ ਦੀ ਉਮਰ 'ਚ ਉਹਨੂੰ ਕਿਵੇਂ ਛੱਡ ਕੇ ਚਲੇ ਜਾਈਏ? ਉਹਨਾਂ ਦੇ ਬਰਾਬਰ ਤੇ ਸਾਰਾ ਤਾਂ ਅਸੀਂ ਹਾਂ ਜੀ। ਨਾਲੇ ਜੇ ਜਿੱਥੇ ਫੈਮਿਲੀ 'ਚ ਤੁਹਾਨੂੰ ਇੰਨਾ ਪਿਆਰ ਮਿਲਦਾ, ਸਭ ਮਿਲਦਾ, ਕਿਉਂ ਤੁਸੀਂ ਛੱਡ ਕੇ ਜਾਓਗੇ? ਜੇ ਤੁਹਾਡਾ ਫੈਮਿਲੀ ਆਲਰੇਡੀ ਸੈਟਅਪ ਹੈਗਾ, ਜੇ ਨਹੀਂ ਵੀ ਸੈਟਅਪ ਹੈਗਾ ਤੁਸੀਂ ਥੱਲੋਂ ਸਟਾਰਟ ਕਰੋ ਬਾਹਰ ਜਾਣ ਦਾ, ਕਿ ਜੇ ਇੰਡੀਆ 'ਚ ਤੁਹਾਨੂੰ ਸਭ ਕੁਝ ਮਿਲਦਾ ਪਿਆ ਹੈ ਜੀ, ਤੁਸੀਂ ਬਾਹਰ ਕਿਉਂ ਜਾਣਾ?
ਇੰਡੀਆ ਵੀ ਅਮਰੀਕਾ ਤੋਂ ਨਾਲੋਂ ਕੁਝ ਘੱਟ ਨਹੀਂ ਹੈਗਾ ਵੈਸੇ ਦੇਖਿਆ ਜਾਏ ਤਾਂ